ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰਉ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਾਤ ਕਾਮਨਾ ਕਰਹਿ ਜੋ ਸੁਤ ਦੇਵਹਿ ਤਿਹ ਧਾਮ। ਅਪਰ ਪਦਾਰਥ ਚਾਹੇ ਕੋ ਪੂਰਹਿ ਸਭ ਹੀ ਕਾਮ। ਤਾਤ ਕਾਮਨਾ ਕਰਹਿ ਜੋ ਸੁਤ ਦੇਵਹਿ ਤਿਹ ਧਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ। ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਖਾਲਸਾ ਪੰਥ ਦੇ ਚੌਥੇ ਤਖਤ ਕਲਗੀਧਰ ਪ੍ਰੀਤਮ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦੇ ਪਾਵਨ ਅਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਦਰਸ਼ਨ ਕਰਨ ਦਾ, ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ।
ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਨਿਤ ਦੀ ਮਰਿਆਦਾ ਦੇ ਅਨੁਸਾਰ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਅੱਜ ਸਤਿਗੁਰਾਂ ਦਾ ਜੋਤੀ ਜੋਤ ਦਿਵਸ ਹੈ ਅਤੇ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਨੂੰ ਧਿਆਉਣ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹੈ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ ਅੱਜ ਗੁਰਤਾ ਗੱਦੀ ਗੁਰਪੁਰਬ ਹੈ। ਸਾਧ ਸੰਗਤ ਜੀ, ਸੰਖੇਪ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀਆਂ ਦੇ ਇਹਨਾਂ ਦਿਹਾੜਿਆਂ ਦੀ ਵਿਚਾਰ ਤੋਂ ਉਪਰੰਤ ਆਪਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜਨਾ ਹੈ। ਧੰਨ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਸਮੇਂ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਵਿਖੇ ਜੋਤੀ ਜੋਤ ਸਮਾਉਣ ਲੱਗੇ ਹਨ, ਤਾਂ ਉਸ ਸਮੇਂ ਆਪਣੇ ਪੋਤਰੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਆਪ ਜੀ ਸੱਚਖੰਡ ਗਮਨ ਕਰਨ ਲੱਗੇ ਹੋ, ਹੁਣ ਸਾਡੇ ਤਾਈਂ ਜੰਗਾਂ ਯੁੱਧਾਂ ਦਾ ਕੀ ਹੁਕਮ ਹੈ? ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਕਿ ਤੁਸੀਂ ਤਿਆਰ ਬਰ ਤਿਆਰ ਰਹਿਣਾ ਹੈ। ਆਪਦੇ ਨਾਲ ਤਿਆਰ ਬਰ ਤਿਆਰ ਸ਼ਸਤਰ ਧਾਰੀ ਸਿੱਖ ਰੱਖਣੇ ਹਨ, ਪਰ ਆਪ ਜੀ ਨੇ ਕੋਈ ਜੰਗ ਨਹੀਂ ਕਰਨੀ। ਤੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਜੇਕਰ ਕੋਈ ਬਾਹਰੋਂ ਹਮਲਾਵਰ ਹੋ ਕੇ ਚੜ੍ਹਾਈ ਕਰਕੇ ਆ ਜਾਵੇ ਫੇਰ? ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਬਚਨ ਕੀਤੇ ਸਨ, ਕਹਿਣ ਲੱਗੇ ਜੇ ਕੋਈ ਵੀ ਹਮਲਾਵਰ ਹੋ ਕੇ ਤੁਹਾਡੇ ਉੱਤੇ ਆਵੇਗਾ ਉਹ ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ, ਉਹ ਰਾਸਤੇ ਦੇ ਵਿੱਚ ਹੀ ਮਰ ਖੱਪ ਜਾਵੇਗਾ। ਤੇ ਸਾਧ ਸੰਗਤ ਜੀ, ਬਚਨ ਸਤ ਹੋਏ। ਭਾਵੇਂ ਕਿ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਹਮੇਸ਼ਾ ਹੀ 2200 ਘੋੜ ਸਵਾਰ ਸਿੱਖ ਰਿਹਾ ਕਰਦੇ ਅਤੇ ਔਰੰਗਜ਼ੇਬ ਦੇ ਵੱਲੋਂ 17 ਵਾਰੀ ਸਾਧ ਸੰਗਤ ਜੀ ਆਪ ਦੇ ਵੱਲੋਂ ਉਮਰਾਵ ਭੇਜੇ ਗਏ। ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦੇ ਉੱਤੇ ਹਮਲਾਵਰ ਹੋ ਕਰਕੇ ਆਏ, ਪਰ ਕੋਈ ਵੀ ਸ੍ਰੀ ਕੀਰਤਪੁਰ ਸਾਹਿਬ ਜੀਆਂ ਦੀ ਪਾਵਨ ਧਰਤੀ ਤੱਕ ਪਹੁੰਚ ਨਹੀਂ ਸੀ ਸਕਿਆ। ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਜੀਆਂ ਦੀ ਪਾਵਨ ਧਰਤੀ ਨੂੰ ਮਹਾਰਾਜ ਸਾਹਿਬ ਜੀਆਂ ਨੇ ਭਾਗ ਲਾਏ ਹਨ। ਹਜੂਰ ਦੇ ਗ੍ਰਹਿ ਵਿਖੇ 2 ਪੁੱਤਰਾਂ ਨੇ ਜਨਮ ਲਿਆ, ਬਾਬਾ ਰਾਮ ਰਾਏ ਜੀ ਅਤੇ 8ਵੇਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ, ਇੱਕ ਦਿਨ ਇੱਕ ਵਿਦੇਸ਼ ਤੋਂ ਸਿੱਖ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਉਂਦਾ ਹੈ ਤੇ ਧੰਨ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਆਪ ਜੀਆਂ ਦੇ ਦੋਨੋਂ ਜਿਹੜੇ ਸਪੁੱਤਰ ਨੇ ਬੜੇ ਹੀ ਲਾਇਕ ਹਨ, ਪਰ ਮੇਰੇ ਮਨ ਦੀ ਇਹ ਭਾਵਨਾ ਹੈ, ਮੈਂ ਇਹ ਜਾਣਨਾ ਚਾਹੁੰਦਾ ਕਿ ਆਪ ਜੀਆਂ ਦੇ ਸੱਚਖੰਡ ਗਮਨ ਤੋਂ ਉਪਰੰਤ ਕਿਹੜਾ ਪੁੱਤਰ ਹੈ ਜਿਹੜਾ ਗੁਰਤਾ ਗੱਦੀ ਦੇ ਉੱਤੇ ਸੁਭਾਈਮਾਨ ਹੋਵੇਗਾ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖਾ ਇਹ ਜੋ ਬਚਨ ਨੇ ਇਹ ਬਚਨ ਦੱਸਣ ਵਾਲੇ ਨਹੀਂ, ਕਿਉਂਕਿ ਜਿਸ ਸਮੇਂ ਸਤਿਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ ਉਸ ਸਮੇਂ ਹੀ ਅਗਲੇ ਸਤਿਗੁਰਾਂ ਨੂੰ ਗੁਰਤਾ ਗੱਦੀ ਬਖਸ਼ਦੇ ਆ। ਇਹ ਤੇਰੇ ਦੱਸਣ ਦੇ ਵਚਨ ਨਹੀਂ। ਉਹ ਸਿੱਖ ਨੇ ਬੇਨਤੀ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਪ੍ਰਦੇਸ਼ ਤੋਂ ਆਇਆ ਹਾਂ, ਬੜੇ ਲੰਮੇ ਸਮੇਂ ਬਾਅਦ ਮੇਰਾ ਆਉਣਾ ਹੁੰਦਾ ਹੈ, ਜੇ ਆਪ ਦੀ ਹੋਣੀ ਕਿਰਪਾ ਕਰਕੇ ਮੈਨੂੰ ਦੱਸ ਦਿਓ ਤੇਰੇ ਤੇ ਮੇਰੇ ਮਨ ਦੇ ਵਿੱਚ ਨਿਸ਼ਚਾ ਵੱਧ ਜਾਵੇਗਾ। ਸਾਧ ਸੰਗਤ ਜੀ, ਹਜੂਰ ਕਹਿਣ ਲੱਗੇ, ਫਿਰ ਜੇ ਤੇਰੇ ਮਨ ਦੇ ਵਿੱਚ ਇਹ ਭਾਵਨਾ ਹੈ ਨਾ
ਤੇ ਫਿਰ ਇਦਾਂ ਕਰੀ, ਜਿਸ ਸਮੇਂ ਦੋਨੋਂ ਸਾਡੇ ਸਪੁੱਤਰ ਗੁਰਬਾਣੀ ਪੜ੍ਹ ਰਹੇ ਹੋਣਗੇ, ਉਹਨਾਂ ਦੇ ਕੋਲ ਜਾ ਕਰਕੇ ਆਪਣੇ ਨਾਲ ਇੱਕ ਸੂਈ ਲੈ ਜਾਵੇਂ। ਜਿਸ ਪਲੰਘੇ ਦੇ ਉੱਤੇ ਬੈਠ ਕੇ ਉਹ ਗੁਰਬਾਣੀ ਪੜ੍ਹ ਰਹੇ ਹੋਣਗੇ ਨਾ, ਉਸ ਪਲੰਘੇ ਦੇ ਵਿੱਚ ਇਸ ਸੂਈ ਨੂੰ ਖਬੋਈ। ਜਿਸ ਸਾਹਿਬਜ਼ਾਦੇ ਦੇ, ਜਿਸ ਪੁੱਤਰ ਦੇ ਪਲੰਘ ਦੇ ਵਿੱਚ ਇਹ ਸੂਈ ਮੋਮ ਦੇ ਵਾਂਗ ਪਿਘਲ ਕੇ ਵਿੱਚ ਹੀ ਸਮਾ ਗਈ, ਸਮਝ ਲਈ ਉਹੀ ਸਾਹਿਬਜ਼ਾਦਾ ਅਗਲਾ ਗੁਰਤਾ ਗੱਦੀ ਦਾ ਮਾਲਕ ਹੈ। ਸਾਧ ਸੰਗਤ ਜੀ, ਉਹ ਸਿੱਖ ਨੇ ਇਸੇ ਤਰ੍ਹਾਂ ਕੀਤਾ। ਪਹਿਲਾਂ ਜਿੱਥੇ ਬਾਬਾ ਰਾਮ ਰਾਏ ਜੀ ਉਹ ਗੁਰਬਾਣੀ ਦਾ ਪਾਠ ਕਰ ਰਹੇ ਸਨ, ਉੱਥੇ ਗਿਆ। ਬਾਬਾ ਰਾਮ ਰਾਏ ਜੀ ਦੀ ਬੜੀ ਮਿੱਠੀ ਆਵਾਜ਼ ਹੈ, ਗੁਰਬਾਣੀ ਦਾ ਪਾਠ ਕਰ ਰਹੇ ਨੇ। ਸਿੱਖ ਨੇ ਬੜੇ ਪ੍ਰੇਮ ਦੇ ਨਾਲ ਸੁਣਿਆ। ਪਰ ਜਦੋਂ ਸੂਈ ਖੁਭੋਈ, ਸੂਈ ਸਾਧ ਸੰਗਤ ਜੀ ਮੋਮ ਦੇ ਵਾਂਗ ਪਿਘਲੀ ਨਾ। ਮਨ ਦੇ ਵਿੱਚ ਖਿਆਲ ਆਇਆ ਕਿ ਹਜੂਰ ਦੇ ਬਚਨ ਪੂਰੇ ਨਹੀਂ ਹੋਏ। ਉਸ ਤੋਂ ਬਾਅਦ ਫਿਰ ਜਿੱਥੇ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਹਜੂਰ ਗੁਰਬਾਣੀ ਦਾ ਪਾਠ ਕਰ ਰਹੇ ਸਨ, ਉਸ ਜਗ੍ਹਾ ਦੇ ਉੱਤੇ ਸਿੱਖ ਜਾਂਦਾ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬੜੇ ਪ੍ਰੇਮ ਦੇ ਨਾਲ ਮਧੁਰ ਲੈ ਦੇ ਵਿੱਚ ਸਾਧ ਸੰਗਤ ਜੀ ਗੁਰਬਾਣੀ ਦਾ ਜਾਪ ਕਰ ਰਹੇ ਹੈ। ਜਦੋਂ ਕੋਲ ਬੈਠਿਆ, ਮਨ ਨੂੰ ਬਹੁਤ ਸ਼ਾਂਤੀ ਆਈ, ਬੜਾ ਆਨੰਦ ਪ੍ਰਾਪਤ ਹੋਇਆ। ਫਿਰ ਕੁਝ ਸਮਾਂ ਗੁਰਬਾਣੀ ਸੁਣਨ ਤੋਂ ਉਪਰੰਤ ਜਦੋਂ ਫਿਰ ਉਹ ਸਿੱਖ ਨੇ ਉਹ ਸੂਈ ਖਬੋਣੀ ਚਾਹੀ, ਹਜੂਰ ਦੇ ਪਲੰਘ ਦੇ ਵਿੱਚ ਉਹ ਸਾਧ ਸੰਗਤ ਜੀ ਸੂਈ ਖਬੋਣ ਲੱਗਾ। ਉਸੇ ਸਮੇਂ ਉਹ ਜਿਹੜੀ ਸੂਈ ਹੈ ਮੋਮ ਦੇ ਵਾਂਗ ਪਿਘਲ ਕੇ ਪਲੰਘ ਦੇ ਵਿੱਚ ਹੀ ਸਮਾ ਗਈ। ਸੋ ਇਸ ਪ੍ਰਕਾਰ ਨਿਸ਼ਚਾ ਹੋ ਗਿਆ ਕਿ ਧੰਨ ਗੁਰੂ ਹਰਿਰਾਏ ਸਾਹਿਬ ਜੀਆਂ ਤੋਂ ਬਾਅਦ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਹੋਣਗੇ। ਸਾਧ ਸੰਗਤ ਜੀ, ਸਮਾਂ ਆਉਂਦਾ ਬਾਬਾ ਰਾਮ ਰਾਏ ਦਿੱਲੀ ਵਿਖੇ ਜਾਂਦੇ ਹੈ। ਹਜੂਰ ਨੇ ਭਾਵਾਂ ਕਿ ਸ਼ਕਤੀਆਂ ਦਿੱਤੀਆਂ ਸਨ, ਬਚਨ ਕੀਤੇ ਸਨ ਕਿ ਤੁਸੀਂ ਮਰਿਆਦਾ ਦੇ ਵਿੱਚ ਰਹਿ ਕਰਕੇ ਔਰੰਗਜ਼ੇਬ ਦੇ ਜਿਹੜੇ ਸ਼ੰਕੇ ਉਹਨਾਂ ਨੂੰ ਦੂਰ ਕਰਨਾ। ਪਰ ਬਾਬਾ ਰਾਮ ਰਾਏ ਨੇ ਸਾਧ ਸੰਗਤ ਦੀ ਗੁਰਬਾਣੀ ਦੀ ਪੰਕਤੀ ਬਦਲ ਦਿੱਤੀ। ਜਿਸ ਸਮੇਂ ਪਤਾ ਲੱਗਿਆ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀਆਂ ਨੂੰ ਹੁਕਮ ਕਰ ਦਿੱਤਾ ਸੀ, ਭਾਵੇਂ ਕਿ ਏਡਾ ਲਾਇਕ ਪੁੱਤਰ ਸੀ, ਪਰ ਇੱਕ ਗੁਰਬਾਣੀ ਦੀ ਪੰਕਤੀ ਬਦਲਣ ਦੇ ਕਰਕੇ ਗੁਰੂ ਹਰਿਰਾਏ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਇਹ ਰਾਮ ਰਾਏ ਸਾਡੇ ਮੱਥੇ ਨਾ ਲੱਗੇ। ਸਾਧ ਸੰਗਤ ਜੀ, ਖਿਮਾ ਕਰਿਓ, ਅੱਜ ਦੇ ਸਮੇਂ ਦੇ ਵਿੱਚ ਕਈ ਲੋਕ ਯਤਨ ਕਰ ਰਹੇ ਗੁਰਬਾਣੀ ਦੇ ਨਾਲ ਛੇੜਛਾੜ ਕਰਨ ਦਾ, ਪਰ ਵੇਖੋ ਸਤਿਗੁਰੂ ਜੀ ਨੇ ਆਪਦੇ ਸਪੁੱਤਰ ਨੂੰ ਹੀ ਆਪਦੇ ਤੋਂ ਦੂਰ ਕਰ ਦਿੱਤਾ ਸੀ। ਜਿਹੜੇ ਲੋਕ ਐਸੇ ਕਾਰਜ ਕਰਦੇ, ਉਹਨਾਂ ਦੀ ਕੀ ਹਾਲਤ ਹੋਵੇਗੀ। ਬਾਬਾ ਰਾਮ ਰਾਏ ਭੁੱਲ ਬਖਸ਼ਾਉਣ ਦੇ ਵਾਸਤੇ ਸ੍ਰੀ ਕੀਰਤਪੁਰ ਸਾਹਿਬ ਵੀ ਆਇਆ ਸੀ। ਸ੍ਰੀ ਕੀਰਤਪੁਰ ਸਾਹਿਬ ਤੋਂ ਬਾਰ-ਬਾਰ ਰੁਕ ਕੇ ਸਿੱਖ ਨੂੰ ਭੇਜਿਆ ਕਿ ਪਿਤਾ ਸਤਿਗੁਰਾਂ ਤੋਂ ਆਗਿਆ ਮੰਗੋ, ਪਰ ਹਜੂਰ ਨੇ ਬਚਨ ਕਹਿ ਦਿੱਤਾ ਸੀ ਕਿ ਭਾਈ ਇਸ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਗੁਰਬਾਣੀ ਦੀ ਪੰਕਤੀ ਨੂੰ ਬਦਲਿਆ, ਧੁਰ ਕੀ ਬਾਣੀ ਦੀ ਪੰਕਤੀ ਨੂੰ ਇਸ ਨੇ ਬਦਲਿਆ ਹੈ। ਜਿੱਧਰ ਨੂੰ ਇਹਦਾ ਮੁਖ ਹੈ ਉਧਰ ਨੂੰ ਚਲਾ ਜਾਵੇ, ਪਰ ਸਾਡੇ ਮੱਥੇ ਨਾ ਲੱਗੇ। ਉਸ ਸਮੇਂ ਬਾਬਾ ਰਾਮ ਰਾਏ ਲਾਹੌਰ ਦੇ ਵੱਲ ਨੂੰ ਸਾਧ ਸੰਗਤ ਜੀ ਮੁਖ ਕਰਕੇ ਖੜਾ ਸੀ। ਫਿਰ ਲਾਹੌਰ ਚਲੇ ਗਿਆ ਸੀ, ਪਰ ਸਤਿਗੁਰਾਂ ਨੇ ਆਪਦੇ ਮੱਥੇ ਨਹੀਂ ਸੀ ਲਾਇਆ। ਧੰਨ ਗੁਰੂ ਹਰਿਰਾਏ ਸਾਹਿਬ ਜੀਆਂ ਦੇ ਜੀਵਨ ਦਾ ਬਚਨ ਆਉਂਦਾ ਹੈ। ਸਾਧ ਸੰਗਤ ਜੀ, ਇੱਕ ਵਾਰ ਕੁਝ ਸਿੱਖ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਹਜੂਰ ਦੇ ਦਰਸ਼ਨਾਂ ਨੂੰ ਆ ਰਹੇ ਹੈ। ਹਜੂਰ ਪਲੰਘ ਦੇ ਉੱਤੇ ਵਿਰਾਜਮਾਨ ਸਨ। ਸਿੱਖਾਂ ਨੇ ਆ ਕੇ ਕੋਲ ਆ ਕੇ ਥੱਲੇ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਹੀ ਮਹਾਰਾਜ ਸਾਹਿਬ ਜੀਆਂ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੇ ਕੀਰਤਨ ਦੀ ਆਵਾਜ਼ ਪਈ ਨਾ, ਛੇਤੀ ਦੇ ਨਾਲ ਅੱਬੜ ਵਾਹੇ ਮਹਾਰਾਜ ਸਾਹਿਬ ਪਲੰਘ ਤੋਂ ਉੱਠੇ। ਜਦੋਂ ਸਾਧ ਸੰਗਤ ਜੀ ਉੱਠੇ ਨਾ, ਪਲੰਘ ਦੀ ਬਾਹੀ ਦੇ ਨਾਲ ਗੋਡਾ ਸਾਧ ਸੰਗਤ ਜੀ ਲੱਗ ਗਿਆ, ਸੱਟ ਲੱਗ ਗਈ। ਸਿੱਖ ਕਹਿਣ ਲੱਗੇ, ਮਹਾਰਾਜ ਆਪ ਦੀ ਪ੍ਰੇਮ ਦੇ ਨਾਲ ਉੱਠ ਪੈਂਦੇ, ਇੰਨੀ ਕਾਹਲੀ ਕਿਉਂ? ਹਜੂਰ ਕਹਿਣ ਲੱਗੇ, ਭਾਈ ਤੁਸੀਂ ਗੁਰਬਾਣੀ ਦਾ ਕੀਰਤਨ ਥੱਲੇ ਬੈਠ ਕੇ ਕਰ ਰਹੇ ਹੋ, ਅਸੀਂ ਪਲੰਘੇ ਤੇ ਵਿਰਾਜਮਾਨ ਹਾਂ। ਇਹਦੇ ਵਿੱਚ ਗੁਰਬਾਣੀ ਦਾ ਸਤਿਕਾਰ ਨਹੀਂ, ਇਹ ਗੁਰਬਾਣੀ ਅਕਾਲ ਪੁਰਖ ਦੀ ਹੈ, ਤੇ ਅਸੀਂ ਜੇਕਰ ਗੁਰਬਾਣੀ ਦਾ ਸਤਿਕਾਰ ਨਾ ਕਰਾਂਗੇ ਫਿਰ ਸਿੱਖ ਕਿਵੇਂ ਸਤਿਕਾਰ ਕਰਨਗੇ। ਸਾਧ ਸੰਗਤ ਜੀ, ਇੰਨਾ ਸਤਿਕਾਰ ਮਹਾਰਾਜ ਸਾਹਿਬ ਜੀਆਂ ਨੇ ਆਪ ਕਰਕੇ ਇਹ ਸਾਡੇ ਵਾਸਤੇ ਹਜੂਰ ਨੇ ਹੁਕਮ ਕੀਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਹਜੂਰ ਕਹਿਣ ਲੱਗੇ, ਜਿਹਦੇ ਮਨ ਦੇ ਵਿੱਚ ਗੁਰਬਾਣੀ ਦਾ ਭੈ ਨਹੀਂ, ਅਦਬ ਨਹੀਂ ਕਰਦਾ ਜਿਹੜਾ ਗੁਰਬਾਣੀ ਦਾ, ਉਹ ਸਾਡਾ ਸਿੱਖ ਹੀ ਨਹੀਂ। ਤੇ ਖਾਲਸਾ ਜੀ,
ਆਪਾਂ ਝਾਤ ਮਾਰੀਏ, ਕਈ ਵਾਰ ਘਰਾਂ ਦੇ ਵਿੱਚ ਸਾਡੇ ਪੋਥੀ ਸਾਹਿਬ ਆਪਾਂ ਰੱਖਦੇ ਆ ਤੇ ਇਹੋ ਜੀ ਜਗ੍ਹਾ ਦੇ ਉੱਤੇ ਉੱਥੇ ਨਾ ਕੋਈ ਰੁਮਾਲਾ ਸਾਹਿਬ ਉੱਤੇ ਦਿੰਦੇ ਆ, ਕਈ ਚਿਰਾਂ ਤੋਂ ਘਟਾ ਪੈ ਪੈ ਕੇ ਉੱਥੇ ਹੀ ਪੋਥੀ ਸਾਹਿਬ ਪਏ ਰਹਿੰਦੇ ਆ। ਖਾਲਸਾ ਜੀ, ਇਹ ਜੋ ਗੁਰਬਾਣੀ ਹੈ ਨਾ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਹੀ ਗੁਰੂ ਹੈ ਤੇ ਗੁਰੂ ਸਾਹਿਬ ਹੀ ਬਾਣੀ ਦਾ ਸਰੂਪ ਨੇ। ਸੋ ਇਸ ਪ੍ਰਕਾਰ ਹਜੂਰ ਨੇ ਗੁਰਬਾਣੀ ਦਾ ਅਦਬ ਕਰਨ ਦਾ ਹੁਕਮ ਕੀਤਾ ਤੇ ਅੱਜ ਵਾਲੇ ਦਿਨ ਖਾਲਸਾ ਜੀ ਕੱਤਕ ਸੁਦੀ ਨੌਵੀਂ ਵਾਲੇ ਦਿਨ 1718 ਬਿਕਰਮੀ 1661 ਈਸਵੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਗੋਤਾ ਗੱਦੀ ਦੇ ਕਰਕੇ ਸ੍ਰੀ ਕੀਰਤਪੁਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧਰਤੀ ਵਿਖੇ ਸਾਧ ਸੰਗਤ ਜੀ ਅੱਜ ਮੇਰੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ ਵਿਖੇ ਜੋਤੀ ਜੋਤ ਸਮਾਏ ਹਨ ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਸਤਿਗੁਰੂ ਜੀ ਅੱਜ ਵਾਲੇ ਦਿਨ ਖਾਲਸਾ ਜੀ ਤਕਰੀਬਨ ਸਰੀਰ ਕਰਕੇ ਹਜੂਰ ਦੀ 5 ਸਾਲ ਦੀ ਅਵਸਥਾ ਹੈ। ਅੱਜ ਵਾਲੇ ਦਿਨ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਪਾਵਨ ਤਖਤ ਦੇ ਉੱਤੇ ਸੁਭਾਏਮਾਨ ਹੋਏ ਹਨ। ਸੋ ਅੱਜ ਇਹ ਦੋ ਸਾਧ ਸੰਗਤ ਜੀ ਦਿਹਾੜੇ ਨੇ, ਇੱਕ ਤੇ ਧੰਨ ਗੁਰੂ ਹਰਿਰਾਏ ਸਾਹਿਬ ਜੀਆਂ ਦਾ ਜੋਤੀ ਜੋਤ ਦਿਹਾੜਾ ਅਤੇ ਗਰੀਬ ਨਿਵਾਰ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਦਾ ਗੁਰਤਾ ਗੱਦੀ ਦਾ ਸਾਧ ਸੰਗਤ ਜੀ ਪਾਵਨ ਦਿਹਾੜਾ ਹੈ। ਸੋ ਇਹ ਸੰਖੇਪ ਦੇ ਵਿੱਚ ਆਪਾਂ ਸਤਿਗੁਰੂ ਜੀ ਦੇ ਪਾਵਨ ਜੀਵਨ ਦੇ ਇਤਿਹਾਸ ਦੇ ਨਾਲ ਸਾਂਝ ਪਾਈ ਹੈ। ਆਓ ਜੋ ਪਾਵਨ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਸਾਧ ਸੰਗਤ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸ਼ਰਵਨ ਕਰੀਏ। ਮੇਰੇ ਸਤਿਗੁਰੂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਧ ਸੰਗਤ ਜੀ ਜਗਤ ਦੇ ਜੀਵਾਂ ਦਾ ਉਧਾਰ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨਾਲ ਹਨ। ਉਸ ਸਮੇਂ ਸਾਧ ਸੰਗਤ ਜੀ ਹਾਰਪੁਰ ਨਗਰ ਦੇ ਸੱਚੇ ਪਾਤਸ਼ਾਹ ਜੀ ਪਹੁੰਚੇ। ਇਸ ਨਗਰ ਦੇ ਜਿਹੜੇ ਲੋਕ ਸਨ ਨਾ, ਇਹ ਇੱਕ ਸਰੇਵੜੇ ਨੂੰ ਆਪਦਾ ਗੁਰੂ ਮੰਨਦੇ ਸਨ। ਇੱਕ ਜਿਹੜਾ ਜੈਨੀ ਹੈ ਨਾ, ਉਹਨੂੰ ਆਪਦਾ ਗੁਰੂ ਮੰਨ ਕੇ ਉਹਦੀ ਪੂਜਾ ਕਰਦੇ ਸਨ। ਰਾਜੇ ਦੇ ਸਮੇਤ ਸਾਰੀ ਜਿਹੜੀ ਪ੍ਰਜਾ ਹੈ ਉਸ ਪਖੰਡੀ ਨੂੰ ਆਪਦਾ ਗੁਰੂ ਬਣਾ ਕਰਕੇ ਬੈਠੀ ਸੀ। ਜਿਵੇਂ ਉਹ ਕਹਿੰਦਾ ਉਸੇ ਤਰ੍ਹਾਂ ਹੀ ਸਾਰੀ ਪ੍ਰਜਾ ਉਹਦੇ ਹੁਕਮ ਦੇ ਅਨੁਸਾਰ ਕਰਿਆ ਕਰਦੀ। ਤੋ ਇਸ ਪ੍ਰਕਾਰ ਇਸ ਨਗਰ ਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਏ ਹਨ ਤੇ ਜਿਵੇਂ ਅੱਗੇ ਮਹਾਰਾਜ ਸਾਹਿਬ ਜੀ ਫੇਰ ਇਸ ਨਗਰ ਦੇ ਲੋਕਾਂ ਦੇ ਤਾਈ ਇਹਨਾਂ ਦੇ ਭਰਮ ਨੂੰ ਦੂਰ ਕਰਦੇ ਹੈ, ਨਾਮ ਦੇ ਨਾਲ ਜੋੜਦੇ ਹੈ। ਪ੍ਰਸੰਗ ਆ ਰਿਹਾ ਹੈ, ਮਨ ਚਿਤ ਬਿਰਤੀਆਂ ਕਾਗਰ ਕਰਦੇ ਹੋਏ ਸ਼ਰਵਨ ਕਰੀਏ ਜੀ। ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਾਤ ਕਾਮਨਾ ਕਰਹਿ ਜੋ ਸੁਤ ਦੇਵੇ ਤਿਹ ਧਾਮ। ਸਾਧ ਸੰਗਤ ਜੀ ਇਸ ਨਗਰ ਦੇ ਜਿਹੜੇ ਲੋਕ ਨੇ ਨਾ, ਜਦੋਂ ਉਹਨਾਂ ਦੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਕਿਸੇ ਦੇ ਘਰੇ ਪੁੱਤਰ ਨਹੀਂ, ਪੁੱਤਰ ਦੀ ਦਾਤ ਦੇ ਵਾਸਤੇ ਇਹ ਸਰੇਵੜੇ ਦੇ ਕੋਲੇ ਜਾਂਦੇ ਆ। ਇਹਨੇ ਕੁਝ ਜੰਤਰ ਮੰਤਰ ਸਿੱਧ ਕੀਤੇ ਹੋਏ ਸਨ। ਇਹ ਕੋਈ ਵੱਡੀ ਬਾਤ ਨਹੀਂ, ਜੰਤਰ ਮੰਤਰ ਆ ਜਾਣੇ, ਸਿੱਧੀਆਂ ਆ ਜਾਣੀਆਂ, ਕਰਾਮਾਤਾਂ ਆ ਜਾਣੀਆਂ। ਪਰ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਮੁਕਤੀ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ। ਭਾਵੇਂ ਕੋਈ ਜਿੱਡਾ ਮਰਜ਼ੀ ਵੱਡਾ ਸਿੱਧ ਬਣ ਜਾਵੇ, ਜਿੱਡਾ ਮਰਜ਼ੀ ਵੱਡਾ ਕਰਾਮਾਤੀ ਬਣ ਜਾਵੇ, ਪਰ ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ। ਸੋ ਇਸ ਨੇ ਕੁਝ ਜੰਤਰ ਮੰਤਰ ਸਿੱਧ ਕੀਤੇ ਸਨ। ਲੋਕ ਕੋਈ ਵੀ ਕੰਮ ਹੁੰਦਾ ਇਹਦੇ ਤਾਂ ਹੀ ਜਾਂਦੇ। ਜੇ ਕਿਸੇ ਨੂੰ ਪੁੱਤਰ ਦੀ ਕਾਮਨਾ ਹੁੰਦੀ, ਇਹਦੇ ਕੋਲੇ ਜਾ ਕੇ ਪੁੱਤਰ ਦੀ ਇੱਛਾ ਪ੍ਰਗਟ ਕਰਦੇ ਤੇ ਇਹ ਉਹਨਾਂ ਦੇ ਘਰ ਦੇ ਚ ਪੁੱਤਰ ਦੇ ਦਿੰਦਾ। ਅਪਰ ਪਦਾਰਥ ਚਾਹੇ ਕੋ ਪੂਰੇ ਸਭ ਹੀ ਕਾਮ। ਫਿਰ ਹੋਰ ਵੀ ਜੇਕਰ ਕਿਸੇ ਨੂੰ ਕੋਈ ਪਦਾਰਥ, ਹੁਣ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਸਾਧ ਸੰਗਤ ਜੀ ਗ੍ਰਸਥ ਧਰਮ ਦੇ ਵਿੱਚ ਹਾਂ ਤੇ ਘਰ ਦੇ ਵਿੱਚ ਬਹੁਤ ਪਦਾਰਥਾਂ ਦੀ ਲੋੜ ਰਹਿੰਦੀ ਹੈ। ਸੋ ਜੇ ਕਿਸੇ ਨੂੰ ਹੋਰ ਕੋਈ ਪਦਾਰਥ ਦੀ ਕਾਮਨਾ ਹੁੰਦੀ, ਉਹ ਇਹਦੇ ਤੋਂ ਜਾ ਕੇ ਮੰਗਦੇ, ਇਹ ਉਹਨਾਂ ਦੀ ਉਹ ਇੱਛਾ ਵੀ ਪੂਰੀ ਕਰ ਦਿਆ ਕਰਦਾ। ਚਉਪਈ ਤਿਹ ਕੋ ਭਜਨ ਕਰੈ ਨਰ ਸਭ ਹੀ। ਲੋਕ ਇਸ ਨੂੰ ਹੀ ਸਾਧ ਸੰਗਤ ਜੀ ਆਪਦਾ ਗੁਰੂ ਜਾਣ ਕੇ ਨਾ ਇਹਦਾ ਹੀ ਭਜਨ ਕਰਨ ਲੱਗ ਪਏ।
ਇਸ ਪਖੰਡੀ ਦਾ ਹੀ ਨਾਮ ਜਪਣ ਲੱਗ ਪਏ। ਸਤਨਾਮ ਸਿਮਰਿ ਨਹਿ ਕਬਹੀ। ਪਰ ਜੋ ਵਾਹਿਗੁਰੂ ਜੀ ਦਾ ਨਾਮ ਹੈ ਨਾ, ਜੋ ਸੱਚਾ ਨਾਮ ਹੈ, ਸਤ ਕਿਉਂ ਕਿਹਾ ਜਾਂਦਾ ਹੈ ਇਸ ਨਾਮ ਨੂੰ? ਸਤ ਤੋਂ ਭਾਵ ਹੁੰਦਾ ਜੋ ਤ੍ਰਈ ਕਾਲ ਆਬਾਦ ਹੈ, ਤਿੰਨਾਂ ਕਾਲਾਂ ਦੇ ਵਿੱਚ ਜੋ ਰਹਿਣ ਵਾਲਾ ਹੈ। ਸਾਧ ਸੰਗਤ ਜੀ, ਜਿਹੜਾ ਬੀਤ ਚੁੱਕਾ ਸਮਾਂ ਹੈ, ਵਾਹਿਗੁਰੂ ਦਾ ਨਾਮ ਉਦੋਂ ਵੀ ਸੱਚਾ ਸੀ। ਜੋ ਚੱਲ ਰਿਹਾ ਸਮਾਂ ਹੈ, ਇਸ ਸਮੇਂ ਦੇ 'ਚ ਹੀ ਵਾਹਿਗੁਰੂ ਦਾ ਨਾਮ ਸੱਚਾ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਉਦੋਂ ਅਸੀਂ ਭਾਵੇਂ ਹੋਈਏ ਭਾਵੇਂ ਨਾ ਹੋਈਏ, ਵਾਹਿਗੁਰੂ ਦਾ ਨਾਮ ਉਦੋਂ ਵੀ ਹੋਵੇਗਾ। ਇਸ ਲਈ ਸਤਨਾਮ ਕਿਹਾ ਜਾਂਦਾ ਹੈ। ਹੋਰ ਕਈ ਇਸ ਸੰਸਾਰ ਦੇ ਵਿੱਚ ਲੋਕ ਆਏ, ਆਪਦੇ ਆਪ ਨੂੰ ਗੁਰੂ ਉਹਨਾਂ ਕਹਾਇਆ, ਆਪਦਾ ਨਾਮ ਜਪਾਇਆ, ਪਰ ਕੁਝ ਚਿਰ ਤੇ ਉਹਨਾਂ ਦੇ ਨਾਮ ਨੂੰ ਲੋਕਾਂ ਨੇ ਲਿਆ, ਪਰ ਕੁਝ ਸਮੇਂ ਬਾਅਦ ਉਹ ਵੀ ਚਲੇ ਗਏ, ਉਹਨਾਂ ਦਾ ਨਾਮ ਵੀ ਮਿਟ ਗਿਆ। ਜੇ ਨਾਮ ਰਿਹਾ ਹੈ ਤੇ ਇੱਕ ਵਾਹਿਗੁਰੂ ਦਾ ਨਾਮ ਜੋ ਸੱਚਾ ਸਦਾ ਹੀ ਰਹਿਣ ਵਾਲਾ ਹੈ। ਸੋ ਇਸ ਲਈ ਉਸ ਵਾਹਿਗੁਰੂ ਦੇ ਨਾਮ ਨੂੰ ਕੋਈ ਨਹੀਂ ਜਪਦਾ। ਗਾਵਨ ਲਗਾ ਬੈਠ ਮਰਦਾਨਾ। ਇਸ ਨਗਰ ਦੇ ਵਿੱਚ ਭਾਈ ਮਰਦਾਨਾ ਜੀ ਬੈਠ ਕਰਕੇ ਗੁਰਬਾਣੀ ਦੇ ਕੀਰਤਨ ਨੂੰ ਗਾਉਣ ਲੱਗੇ ਹਨ। ਸ੍ਰੀ ਕਰਤਾਰ ਮਹਾਨਾ। ਸਾਧ ਸੰਗਤ ਜੀ, ਕੀਰਤਨ ਦੇ ਵਿੱਚ ਉਸ ਕਰਤੇ ਪੁਰਖ ਵਾਹਿਗੁਰੂ ਦੀ ਜੋ ਮਹਾਨ ਉਪਮਾ ਹੈ, ਉਹਦਾ ਗਾਇਨ ਕਰਦੇ ਹਨ। ਇਹ ਸ਼ੈਨ ਨਰ ਸਮੀਪ ਬਹ ਆਏ। ਉਸ ਸਮੇਂ ਫਿਰ ਨਗਰ ਦੇ ਬਹੁਤੇ ਲੋਕ ਜਦੋਂ ਗੁਰਬਾਣੀ ਦਾ ਕੀਰਤਨ ਸੁਣਿਆ ਤੇ ਨੇੜੇ ਆ ਗਏ। ਨੇੜੇ ਆ ਕਰਕੇ ਭਾਈ ਮਰਦਾਨਾ ਜੀ ਦੇ ਕੋਲ ਸੁਨਹਿ ਸ਼ਬਦ ਕੋ ਪ੍ਰੀਤ ਵਢਾਏ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਪ੍ਰੇਮ ਨੂੰ ਵਧਾ ਕੇ ਗੁਰਬਾਣੀ ਦੇ ਸ਼ਬਦ ਨੂੰ ਸ਼ਰਵਣ ਕਰ ਰਹੇ ਹਨ। ਪਾਛੇ ਤੇ ਸੋ ਪੁੱਛਣ ਲਾਗੇ। ਤੇ ਜਦੋਂ ਫਿਰ ਸਾਧ ਸੰਗਤ ਜੀ ਸ਼ਬਦ ਦੀ ਸੰਪੂਰਨਤਾਈ ਹੋਈ, ਫਿਰ ਉਹ ਜਿਹੜੇ ਲੋਕ ਨੇ ਨਾ ਫਿਰ ਪੁੱਛਣ ਲੱਗੇ ਆ। ਹੁਣ ਆਪਾਂ ਨੂੰ ਵੀ ਕਿਸੇ ਚੀਜ਼ ਦੇ ਵਿੱਚੋਂ ਆਨੰਦ ਆਵੇ, ਆਪਾਂ ਉਹਦੇ ਬਾਰੇ ਫਿਰ ਪੁੱਛ ਪੜਤਾਲ ਕਰਦੇ ਆ। ਇਹਨਾਂ ਨੇ ਪੁੱਛਣ ਲੱਗੇ ਐ, ਇਸ ਗੁਰਬਾਣੀ ਨੂੰ ਸੁਣ ਕੇ ਆਨੰਦ ਪ੍ਰਾਪਤ ਹੋਇਆ ਹੈ, ਤੇ ਸਤਿਗੁਰੂ ਜੀ ਦੇ ਤਾਈਂ ਇਹ ਨਗਰ ਦੇ ਲੋਕ ਪੁੱਛਣ ਲੱਗੇ ਹਨ। ਜਿਸ ਕੋ ਅਰਥ ਕਹੋ ਹਮ ਆਗੇ। ਕਹਿਣ ਲੱਗੇ, ਮਹਾਰਾਜ, ਇਹ ਜੋ ਸ਼ਬਦ ਇਹਨਾਂ ਨੇ ਗਾਇਆ ਹੈ, ਆਪ ਜੀ ਨੇ ਗਾਇਨ ਕੀਤਾ ਹੈ, ਇਹਦਾ ਅਰਥ ਤੁਸੀਂ ਸਾਨੂੰ ਦੱਸਣਾ ਕਰੋ। ਸਾਡੇ ਅੱਗੇ ਇਹਦੇ ਅਰਥ ਆਪ ਜੀ ਸੁਣਾਉਣਾ ਕਰੋ। ਸ੍ਰੀ ਗੁਰ ਕਹੈ ਭਜੋ ਹਰਿ ਨਾਮੁ। ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਭਾਈ, ਇਸ ਸ਼ਬਦ ਦਾ ਇਹੋ ਹੀ ਭਾਵ ਹੈ ਕਿ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ, ਉਸ ਵਾਹਿਗੁਰੂ ਦੇ ਨਾਮ ਦਾ ਭਜਨ ਕਰਨਾ ਕਰੋ। ਅੰਤ ਸਮੇਂ ਜੋ ਆਵਹਿ ਕਾਮੁ। ਜੋ ਵਾਹਿਗੁਰੂ ਦਾ ਨਾਮ ਅੰਤ ਦੇ ਸਮੇਂ ਕੰਮ ਆਵੇਗਾ, ਕਿਉਂਕਿ ਜਿੱਥੇ ਕਿਸੇ ਨੇ ਵੀ ਨਾਲ ਨਹੀਂ ਜਾਣਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸ ਲਈ ਹਜੂਰ ਕਹਿੰਦੇ, ਅੰਤ ਦੇ ਸਮੇਂ ਜਿਸ ਨਾਮ ਨੇ ਭਾਈ ਕੰਮ ਆਉਣਾ, ਉਸ ਨਾਮ ਨੂੰ ਜਪਣਾ ਕਰੋ। ਵਿਖੇ ਵਿਕਾਰ ਅਲਪ ਸੁਖ ਤਿਆਗੋ। ਜਿਹੜੇ ਵਿਸ਼ੇ ਵਿਕਾਰਾਂ ਦੇ ਅਲਪ ਸੁਖ ਨੇ, ਹੁਣ ਅਸੀਂ ਪਦਾਰਥਾਂ ਦੇ ਵਿੱਚ ਫਸੇ ਹੋਏ ਆ। ਸਾਧ ਸੰਗਤ ਜੀ, ਸਾਨੂੰ ਸੰਸਾਰ ਦੇ ਪਦਾਰਥ ਇਹੀ ਮਿੱਠੇ ਲੱਗਦੇ ਆ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹਨਾਂ ਦਾ ਸੁਖ ਹੈ ਨਾ, ਸੰਸਾਰ ਦੇ ਪਦਾਰਥਾਂ ਦਾ ਜਾਂ ਵਿਸ਼ਿਆਂ ਨੂੰ ਭੋਗਣ ਦੇ ਵਿੱਚ ਕਈ ਜੀਵ ਲੱਗੇ ਰਹਿੰਦੇ ਆ। ਹਜੂਰ ਕਹਿੰਦੇ ਇਹ ਬਹੁਤ ਛੋਟਾ ਜਿਹਾ ਸੁਖ ਹੈ। ਵਾਹਿਗੁਰੂ ਜੀ ਦੇ ਨਾਮ ਦੇ ਅੱਗੇ, ਪਰਮੇਸ਼ਰ ਦੇ ਨਾਮ ਦੇ ਸੁਖ ਦੇ ਅੱਗੇ ਇਹ ਤੇ ਕਿਨਕਾ ਮਾਤਰ ਵੀ ਨਹੀਂ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਆ ਨਾ, ਜਿਹੜੇ ਲੋਕ ਵਿਸ਼ਿਆਂ ਦੇ ਵਿੱਚ ਹੀ ਗਲਤਾਨ ਦਿੰਦੇ ਆ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ। ਸਾਧ ਸੰਗਤ ਜੀ, ਨਿਮਕ ਮਾਤਰ ਦਾ ਸੁਖ ਹੈ ਕੇਵਲ ਉਹ, ਪਰ ਜਿਹੜੇ ਨਾਮ ਨੂੰ ਜਪਦੇ ਆ ਨਾ, ਉਹਨਾਂ ਨੂੰ ਫਿਰ ਐਸਾ ਸੁਖ ਪ੍ਰਾਪਤ ਹੁੰਦਾ ਹੈ, ਉਹ ਸੁਖ ਫਿਰ ਮੁੜ ਕੇ ਕਦੇ ਦੁੱਖ ਦੇ ਵਿੱਚ ਨਹੀਂ ਬਦਲਦਾ। ਉਹ ਗੁਰਮੁਖ ਫਿਰ ਕਹਿੰਦੇ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਐਸੀ ਅਵਸਥਾ ਬਣ ਜਾਂਦੀ ਹੈ। ਸੋ ਇਸ ਲਈ ਹਜੂਰ ਕਹਿੰਦੇ, ਇਹ ਜਿਹੜਾ ਵਿਸ਼ੇ ਵਿਕਾਰਾਂ ਦਾ, ਪਦਾਰਥਾਂ ਦਾ ਅਲਪ ਛੋਟਾ ਜਿਹਾ ਸੁਖ ਹੈ ਨਾ, ਇਹਨੂੰ ਭਾਈ ਛੱਡ ਦਿਓ। ਭਾਉ ਭਗਤ ਸਾ ਔਰ ਅਨਰਗ ਹੋ। ਪ੍ਰੇਮਾ ਭਗਤੀ ਦੇ ਨਾਲ ਆਪਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦਾ ਪ੍ਰੇਮ ਧਾਰਨ ਕਰੋ। ਦੋਹਰਾ ਸੁਨ ਕੈ ਨਰ ਬੋਲਤ ਭਏ, ਹਮਰੋ ਗੁਰ ਹੈ ਜੋਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਇਹ ਬਚਨ ਕੀਤੇ ਨਾ ਕਿ ਤੁਸੀਂ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰੋ, ਉਹਦੀ ਪ੍ਰੇਮਾ ਭਗਤੀ ਕਰੋ,
ਤੇ ਇਹ ਵਿਚਾਰੇ ਭੋਲੇ ਭਾਲੇ ਸਿੱਧੇ ਲੋਕ ਕਹਿਣ ਲੱਗੇ, ਮਹਾਰਾਜ ਜਿਹੜਾ ਸਾਡਾ ਗੁਰੂ ਹੈ ਨਾਮ ਜਪਾਵਤ ਆਪਨੋ ਕਹਿ ਨ ਕਰਤਾ ਕੋਈ। ਉਹ ਤੇ ਆਪਦਾ ਹੀ ਨਾਮ ਜਪਾਉਂਦਾ, ਉਹਨੇ ਤੇ ਨਹੀਂ ਸਾਨੂੰ ਕਿਹਾ ਕਿ ਕੋਈ ਕਰਤਾ ਪੁਰਖ ਵਾਹਿਗੁਰੂ ਹੈ ਉਹਦੇ ਨਾਮ ਨੂੰ ਜਪੋ, ਉਹ ਤੇ ਸਾਨੂੰ ਆਪਦਾ ਨਾਮ ਜਪਣ ਲਈ ਹੀ ਕਹਿੰਦਾ ਹੈ। ਚੌਪਈ ਜੈਸੇ ਬ੍ਰਿਖ ਬੀਜ ਤੇ ਜਾਮਹਿ। ਜਿਵੇਂ ਸੱਚੇ ਪਾਤਸ਼ਾਹ ਬੀਜ ਤੋਂ ਇੱਕ ਜਿਹੜਾ ਬਿਰਖ ਹੈ ਰੁੱਖ ਪੈਦਾ ਹੁੰਦਾ ਹੈ, ਬੀਜ ਬ੍ਰਿਖ ਤੇ ਹੋਇ ਅਬ੍ਰਹਮਹਿ। ਫੇਰ ਉਸੇ ਬਿਰਸ਼ ਤੋਂ ਰੁੱਖ ਤੋਂ ਅੱਗੇ ਫੇਰ ਉਸ ਰੁੱਖ ਦੇ ਜਿਹੜੇ ਬੀਜ ਹੈ ਉਹ ਪੈਦਾ ਹੋ ਜਾਂਦੇ ਹੈ। ਭਾਵ ਬੀਜ ਤੋਂ ਰੁੱਖ ਪੈਦਾ ਹੋਇਆ, ਰੁੱਖ ਤੋਂ ਅੱਗੇ ਫੇਰ ਉਹਦੇ ਬੀਜ ਆ ਗਏ। ਇਸੇ ਪ੍ਰਕਾਰ ਉਹ ਰੁੱਖ ਜਿਹੜਾ ਹੈ ਚੱਲਦਾ ਰਹਿੰਦਾ ਹੈ। ਕਿਉ ਮਾਨੁਖ ਤੇ ਮਾਨੁਖ ਹੋਏ। ਇਸੇ ਤਰ੍ਹਾਂ ਹੀ ਮਨੁੱਖ ਤੋਂ ਹੀ ਮਨੁੱਖ ਦੀ ਉਤਪਤੀ ਹੈ, ਮਨੁੱਖ ਤੋਂ ਹੀ ਅੱਗੇ ਮਨੁੱਖ ਜਿਹੜਾ ਹੈ ਉਹ ਜਨਮ ਲੈਂਦਾ ਹੈ। ਅਪੁਰ ਨਾ ਕਰਤਾ ਲਖੀਏ ਕੋਏ। ਇਸ ਲਈ ਸੱਚੇ ਪਾਤਸ਼ਾਹ ਅਸੀਂ ਹੋਰ ਕਿਸੇ ਨੂੰ ਵੀ ਕਰਤਾ ਨਹੀਂ ਮੰਨਦੇ। ਜਿਵੇਂ ਆਪਾਂ ਮੰਨਦੇ ਆ ਨਾ ਕਿ ਸਾਰਿਆਂ ਨੂੰ ਕਰਨ ਵਾਲਾ ਬਣਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਇਹ ਲੋਕ ਕਹਿੰਦੇ ਜੀ ਅਸੀਂ ਕਿਸੇ ਨੂੰ ਕਰਤਾ ਨਹੀਂ ਮੰਨਦੇ, ਅਸੀਂ ਤੇ ਇਹੋ ਹੀ ਮੰਨਦੇ ਆ ਕਿ ਬੰਦੇ ਤੋਂ ਬੰਦਾ ਪੈਦਾ ਹੋ ਜਾਂਦਾ, ਰੁੱਖ ਤੋਂ ਅੱਗੇ ਰੁੱਖ ਪੈਦਾ ਹੋ ਜਾਂਦੇ ਆ, ਕੋਈ ਕਰਤਾ ਤੇ ਹੈ ਹੀ ਨਹੀਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਨੂੰ ਉਸ ਰੇਵੜੇ ਨੇ ਸਿੱਖਿਆ ਦਿੱਤੀ ਸੀ। ਸੋ ਹਮਹਿ ਉਪਦੇਸ਼ ਦ੍ਰਿੜਾਇਓ। ਸੋ ਇਹੋ ਹੀ ਉਪਦੇਸ਼ ਇਹ ਕਹਿਣ ਲੱਗੇ, ਮਹਾਰਾਜ ਸਾਨੂੰ ਸਾਡੇ ਗੁਰੂ ਨੇ ਦ੍ਰਿੜ ਕਰਵਾਇਆ ਹੈ। ਨਾਨਾ ਜੁਗਤ ਸੰਗ ਸਮਝਾਇਓ। ਅਨੇਕਾਂ ਜੁਗਤੀਆਂ ਦੇ ਨਾਲ ਸਾਨੂੰ ਇਹ ਉਪਦੇਸ਼, ਇਹ ਗੱਲ ਸਾਡੇ ਗੁਰੂ ਨੇ ਸਮਝਾਈ ਹੈ। ਆਸ ਸੰਭਾਖਣ ਕਰ ਨਰ ਤਬਹੀ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਬਚਨ ਕਰਕੇ ਨਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ, ਕਿਉਂਕਿ ਹਜੂਰ ਨੇ ਕਿਹਾ ਤੁਸੀਂ ਵਾਹਿਗੁਰੂ ਦਾ ਨਾਮ ਜਪੋ ਉਸ ਕਰਤੇ ਪੁਰਖ ਦਾ, ਇਹ ਕਹਿਣ ਲੱਗੇ ਅਸੀਂ ਕਰਤਾ ਤੇ ਕਿਸੇ ਨੂੰ ਮੰਨਦੇ ਹੀ ਨਹੀਂ। ਹੁਣ ਪਰਮੇਸ਼ਰ ਕਰਤਾ ਹੈ ਨਾ ਸਾਰੀ ਕੁਦਰਤ ਦਾ, ਇਹ ਸਾਰੇ ਪਸਾਰੇ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ। ਸੋ ਇਹ ਕਹਿੰਦੇ ਜੀ ਅਸੀਂ ਕਿਸੇ ਨੂੰ ਕਰਤਾ ਨਹੀਂ ਮੰਨਦੇ। ਇਸ ਤਰ੍ਹਾਂ ਸਤਿਗੁਰੂ ਜੀ ਦੇ ਤਾਂ ਹੀ ਬਚਨ ਕਹਿ ਕੇ ਆਪ ਆਪਣੇ ਘਰ ਗਏ ਸਭ ਹੀ। ਆਪ ਫਿਰ ਇਹ ਸਾਰੇ ਜਾਣੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਦੋਹਰਾ ਬਰਖਾ ਤਬ ਤੇ ਹਟ ਗਈ ਜਬ ਕੇ ਬੈਠੇ ਜਾਏ। ਜਦੋਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਦਿਨ ਤੋਂ ਇਸ ਨਗਰ ਦੇ ਵਿੱਚ ਆ ਕਰਕੇ ਬਿਰਾਜਮਾਨ ਹੋਏ ਨਾ, ਹੁਣ ਇਹਨਾਂ ਦੇ ਭਰਮ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਦੂਰ ਕਰਨਾ ਹੈ। ਕੀ ਹੋਇਆ, ਅੱਗੇ ਤਾਂ ਜਦੋਂ ਮੀਂਹ ਨਾ ਪਿਆ ਕਰਦਾ ਇਹ ਉਸ ਰੇਵੜੇ ਦੇ ਕੋਲ ਜਾਇਆ ਕਰਦੇ ਤੇ ਉਹ ਮੀਂਹ ਪਵਾ ਦਿੰਦਾ। ਹੁਣ ਜਿੱਦਣ ਤੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਏ ਮੀਂਹ ਪੈਣਾ ਹੀ ਹਟ ਗਿਆ। ਉਸ ਨਗਰ ਦੇ ਵਿੱਚ ਕਿੰਨੇ ਦਿਨ ਮੀਂਹ ਹੀ ਨਹੀਂ ਪਿਆ। ਲੱਗੇ ਖੇਤ ਸੂਕਨ ਸਰਬ ਕੋ ਨਹਿ ਹੋਤ ਉਪਾਈ। ਸਾਰੇ ਜਿਹੜੇ ਖੇਤ ਨੇ ਉਹ ਸੁੱਕਣ ਲੱਗ ਪਏ, ਖੇਤੀਆਂ ਸੁੱਕਣ ਲੱਗ ਪਈਆਂ, ਕੋਈ ਸਾਧ ਸੰਗਤ ਦੀ ਉਪਚਾਰ ਨਹੀਂ ਹੋ ਰਿਹਾ। ਚੌਪਈ ਖਿੰਚੀ ਕਲਾ ਤਾਹੇ ਕੀ ਸਗਰੀ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਦੀਆਂ ਨੇ ਨਾ ਇਹਨਾਂ ਭੁੱਲੇ ਹੋਏ ਲੋਕਾਂ ਨੂੰ ਅਕਾਲ ਪੁਰਖ ਦੇ ਰਾਸਤੇ ਦੇ ਉੱਤੇ ਪਾਉਣ ਦੇ ਲਈ ਉਹ ਜਿਹੜਾ ਸਰੇਵੜਾ ਸੀ ਉਹਦੀ ਸਾਰੀ ਕਲਾ ਜਿਹੜੀ ਸ਼ਕਤੀ ਸੀ ਉਹਨੂੰ ਖਿੱਚ ਲਿਆ ਹੈ। ਜੋ ਗੁਰ ਬਣਿਓ ਹੋਤ ਸਭ ਨਗਰੀ। ਜਿਹੜਾ ਇਸ ਨਗਰੀ ਦਾ ਆਪ ਹੀ ਗੁਰੂ ਬਣਿਆ ਹੋਇਆ ਸੀ। ਜਪ ਬਰਖਾ ਕੀ ਭੀ ਬਹੁ ਚਾਹੀ। ਜਦੋਂ ਫਿਰ ਇਹਨਾਂ ਨੇ ਬਰਖਾ ਨੂੰ ਚਾਹਿਆ ਹੈ ਸਾਰੇ ਲੋਕਾਂ ਨੇ ਕਿ ਹੁਣ ਤੇ ਬਰਸਾਤ ਹੋਣੀ ਚਾਹੀਦੀ ਹੈ, ਖੇਤੀਆਂ ਸੁੱਕ ਰਹੀਆਂ ਨੇ, ਕੀ ਖਾਵਾਂਗੇ, ਕਿਵੇਂ ਸਾਡਾ ਗੁਜ਼ਾਰਾ ਚੱਲੇਗਾ। ਜਦੋਂ ਫਿਰ ਇਹਨਾਂ ਵਰਖਾ ਨੂੰ ਚਾਹਿਆ ਹੈ, ਨਰ ਮਿਲ ਗਏ ਸਰੇਵਰੇ ਪਾਹੀ। ਫੇਰ ਨਗਰ ਦੇ ਲੋਕ ਉਸ ਸਰੇਵੜੇ ਦੇ ਕੋਲੇ ਗਏ ਆ, ਮਿਲ ਕਰਕੇ ਉਸ ਜੈਨੀ ਦੇ ਕੋਲੇ ਇਹ ਗਏ ਹਨ। ਆਪਨ ਮੰਤਰ ਵਿਦ ਸੰਗ ਉਚਾਰਿਓ। ਉਹਨੇ ਵੀ ਫਿਰ ਆਪ ਦਾ ਸਾਰਾ ਜ਼ੋਰ ਲਾ ਲਿਆ। ਜਿਹੜੇ ਕੋਈ ਮੰਤਰ ਤੰਤਰ ਉਹਨੂੰ ਆਉਂਦੇ ਸਨ ਨਾ, ਉਹ ਸਾਰੀਆਂ ਵਿਧੀਆਂ ਦੇ ਨਾਲ ਉਹਨੇ ਉਚਾਰ ਕੇ ਉਹਨਾਂ ਮੰਤਰਾਂ ਦਾ ਜਾਪ ਕਰਕੇ ਵੇਖ ਲਿਆ। ਵੇਹੁ ਨ ਪਰਾ ਯਤਨ ਕਰ ਹਾਰਿਓ। ਸਾਧ ਸੰਗਤ ਜੀ ਅਨੇਕਾਂ ਯਤਨ ਕਰਕੇ ਥੱਕ ਹਾਰ ਗਿਆ, ਪਰ ਮੀਂਹ ਨਾ ਉਹਦੇ ਤੋਂ ਪਾਇਆ ਗਿਆ। ਪਹਿਲਾਂ ਤੇ ਜਦੋਂ ਇਹ ਜਾਂਦੇ ਸਾਨੂੰ ਮੀਂਹ ਪਵਾ ਦਿੰਦਾ ਸੀ, ਪਰ ਇਸ ਵਾਰ ਜਦੋਂ ਗਏ ਹੁਣ ਉਹਦੇ ਤੋਂ ਮੀਂਹ ਨਾ ਪਿਆ। ਭਏ ਨਿਰਾਸ਼ ਲੋਕ ਘਰ ਆਏ। ਲੋਕੀ ਨਿਰਾਸ਼ ਹੋ ਗਏ, ਵਾਪਸ ਫਿਰ ਘਰਾਂ ਨੂੰ ਆ ਗਏ ਹਨ। ਔਰ ਚਿੰਤਾ ਤੁਰ ਦੁੱਖ ਕੋ ਪਾਏ। ਹਿਰਦੇ ਦੇ ਵਿੱਚ ਚਿੰਤਾ ਹੈ ਕਿ ਅੱਗੇ ਤੇ ਇਹ ਮੀਂਹ ਪਵਾ ਦਿੰਦਾ ਸੀ, ਹੁਣ ਜੇ ਮੀਂਹ ਨਾ ਪਿਆ ਸਾਡੀਆਂ ਫਸਲਾਂ ਕਿਵੇਂ ਹਰੀਆਂ ਹੋਣਗੀਆਂ।
ਕਿਵੇਂ ਗੁਜ਼ਾਰਾ ਚੱਲੇਗਾ? ਬੜਾ ਦੁੱਖ ਪ੍ਰਾਪਤ ਕੀਤਾ ਹੈ। ਕਿਤਕ ਜੀ ਬੈਠੇ ਗੁਰ ਟਿਕ ਆਈ। ਫਿਰ ਉਹਨਾਂ ਚੋਂ ਕੁਝ ਕੁ ਲੋਕ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬੈਠੇ ਹੋਏ ਸਨ ਨਾ, ਉਸ ਅਸਥਾਨ ਦੇ ਉੱਤੇ ਆਏ ਹਨ। ਤਿਨ ਸੋ ਬੂਝਤ ਗਿਰਾ ਅਲਾਈ। ਜਦੋਂ ਹਜੂਰ ਨੇ ਉਹਨਾਂ ਦੇ ਮੁਖ ਵੇਖੇ ਤੇ ਉਹਨਾਂ ਨੂੰ ਪੁੱਛਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਬਚਨ ਕਹੇ ਹਨ। ਕਿਉ ਚਿੰਤਾ ਤੁਰ ਤੁਮ ਹੋ ਬੈਸੇ। ਕਹਿਣ ਲੱਗੇ, ਭਾਈ ਕਿਉਂ ਤੁਸੀਂ ਚਿੰਤਾਤੁਰ ਹੋ ਕੇ ਬੈਠੇ ਹੋ? ਕਿਹੜੀ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ? ਕਿਉਂ ਇੰਨੀ ਮਨ ਦੇ ਵਿੱਚ ਚਿੰਤਾ ਧਾਰੀ ਹੈ? ਕਹੋ ਕੋ ਕਾਜ ਭਇਓ ਹੈ ਕੈਸੇ। ਕਹਿਣਾ ਕਰੋ, ਕਿਹੜਾ ਕੋਈ ਮਾੜਾ ਕੰਮ ਤੁਹਾਡੇ ਨਾਲ ਕਿਵੇਂ ਹੋਇਆ ਹੈ? ਸੁਨ ਬੋਲੇ ਜੇ ਮਨ ਜੋ ਦੁਖਾਰੇ। ਉਸ ਸਮੇਂ ਜਿਹੜੇ ਮਨੁੱਖ ਵਿਚਾਰੇ ਦੁਖੀ ਸਨ, ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੋਲੇ ਹਨ। ਜਲ ਬਿਨ ਸੂਕੇ ਸਰਬ ਕੇ ਦਾਰੇ। ਕਹਿਣ ਲੱਗੇ, ਸੱਚੇ ਪਾਤਸ਼ਾਹ ਮੀਂਹ ਨਹੀਂ ਪੈ ਰਿਹਾ ਤੇ ਜਲ ਤੋਂ ਬਿਨਾ ਹੁਣ ਜਿਹੜੀ ਵੀ ਖੇਤੀ ਹੈ ਉਹ ਸਾਰੀ ਦੀ ਸਾਰੀ ਸੁੱਕ ਰਹੀ ਹੈ। ਮੇਹੁ ਦੇਤ ਥੋ ਗੁਰੂ ਹਮਾਰਾ। ਪਹਿਲਾਂ ਤਾਂ ਮਹਾਰਾਜ ਜਿਹੜਾ ਸਾਡਾ ਗੁਰੂ ਸੀ ਨਾ, ਉਹ ਸ੍ਰੀਵੜਾ, ਉਹ ਮੀਂਹ ਪਵਾ ਦਿਆ ਕਰਦਾ ਸੀ। ਆਪ ਕਹਿ ਰਹਿਓ ਨਾ ਬਰਖਿਓ ਬਾਰਾ। ਮਹਾਰਾਜ ਹੁਣ ਉਸ ਨੇ ਵੀ ਬੜੇ ਯਤਨ ਕਰਕੇ ਵੇਖ ਲਏ ਆ, ਬੜੇ ਉਸ ਨੇ ਜਿਹੜੇ ਮੰਤਰ ਹੈ ਜੰਤਰ ਹੈ ਉਹਨਾਂ ਦਾ ਜਾਪ ਕਰਕੇ ਵੇਖ ਲਿਆ, ਪਰ ਮੀਂਹ ਨਹੀਂ ਸੱਚੇ ਪਾਤਸ਼ਾਹ ਪਿਆ। ਸਾਧ ਸੰਗਤ ਜੀ, ਅਸੀਂ ਵੀ ਕਈ ਵਾਰ ਨਾ ਭਰਮਾਂ ਦੇ ਵਿੱਚ ਆ ਜਾਂਦੇ ਆ। ਕਈ ਲੋਕ ਕੀ ਕਰਦੇ ਐ, ਜਾ ਕੇ ਕਹਿਣਗੇ ਜੀ ਸਾਨੂੰ ਕੋਈ ਮੰਤਰ ਦੇ ਦਿਓ। ਸਾਧ ਸੰਗਤ ਜੀ ਵੇਖੋ, ਵਾਹਿਗੁਰੂ ਮੰਤਰ ਤੋਂ ਵੱਡਾ ਹੋਰ ਕੋਈ ਮੰਤਰ ਨਹੀਂ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਜਿਹੜਾ ਗੁਰੂ ਕਾ ਸਿੱਖ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਾ ਹੈ ਨਾ, ਉਹਨੂੰ ਸਾਰੇ ਹੀ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ, ਕੋਈ ਘਾਟਾ ਨਹੀਂ ਰਹਿੰਦਾ। ਇਸ ਲਈ ਵਾਹਿਗੁਰੂ ਗੁਰਮੰਤਰ ਸਾਨੂੰ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਆ ਹੈ ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾ ਕਰਕੇ ਸਾਨੂੰ ਮੂਲ ਮੰਤਰ ਸਾਧ ਸੰਗਤ ਜੀ ਬਖਸ਼ਿਸ਼ ਕੀਤਾ। ਹੁਣ ਇਸ ਤੋਂ ਵੱਡੀ ਕੋਈ ਦਾਤ ਨਹੀਂ। ਅਜੇ ਵੀ ਅਸੀਂ ਜੇ ਹੋਰਾਂ ਦੇ ਕੋਲੋਂ ਜਾ ਕੇ ਮੰਤਰ ਪੁੱਛਦੇ ਫਿਰੀਏ, ਫੇਰ ਤੇ ਸਾਧ ਸੰਗਤ ਜੀ ਇਹ ਬਚਨ ਬਣ ਆਉਂਦੇ ਹੈ ਨਾ, ਰੇ ਜੀ ਨਿਲਜ ਲਾਜ ਤੋਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਹਜੂਰ ਕਹਿੰਦੇ, ਬੰਦਿਆ ਤੂੰ ਤੇ ਨਿਲਾਜੀ ਹੋਇਆ ਫਿਰਦਾ, ਕੋਈ ਲਾਜ ਹੀ ਨਹੀਂ, ਕੋਈ ਸ਼ਰਮ ਹੀ ਨਹੀਂ ਤੈਨੂੰ। ਕਿਉਂ ਵਾਹਿਗੁਰੂ ਦੇ ਦਰ ਨੂੰ ਛੱਡ ਕੇ ਹੋਰਾਂ ਦਾ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਹਦਾ ਆਪਦਾ ਮਾਲਕ ਵੱਡਾ ਹੋਵੇ, ਉਹ ਜਾ ਕੇ ਸਾਧ ਸੰਗਤ ਜੀ ਪਿੰਡ ਦੇ ਵਿੱਚੋਂ ਜਿਹੜੇ ਵਿਚਾਰੇ ਆਪ ਮੰਗਤੇ ਆ, ਉਹ ਮੰਗਤਿਆਂ ਤੋਂ ਕੋ ਮੰਗਦਾ ਫਿਰੇ, ਇਹ ਗੱਲ ਫਿਰ ਸ਼ੋਭਾ ਤੇ ਨਹੀਂ ਨਾ ਪਾਉਂਦੀ। ਹੁਣ ਸਾਡੇ ਏਡੇ ਵੱਡੇ ਸਤਿਗੁਰੂ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਨਮੁਖ ਨੇ, ਤੇ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਪਿੱਠ ਦੇ ਕੇ ਹੋਰਾਂ ਥਾਵਾਂ ਦੇ ਉੱਤੇ ਨੱਕ ਰਗੜਦੇ ਫਿਰੀਏ, ਇਹ ਤੇ ਫਿਰ ਸਾਧ ਸੰਗਤ ਜੀ ਦਰ ਦਰ ਦੇ ਉੱਤੇ ਭਟਕਣਾ ਹੀ ਆ। ਦਰ ਦਰ ਦੇ ਉੱਤੇ ਭਟਕਣ ਦੇ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ। ਸੋ ਇਸ ਪ੍ਰਕਾਰ ਇੱਕ ਦੇ ਹੋ ਕੇ ਰਹਿ ਜਾਈਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਦੇ ਕੋਲੋਂ ਸਾਧ ਸੰਗਤ ਜੀ ਜੋ ਵੀ ਮੰਗਣਾ ਹੈ ਉਹ ਅਰਦਾਸ ਕਰੀਏ, ਮਹਾਰਾਜ ਆਪਦੇ ਸਿੱਖ ਦੀਆਂ ਝੋਲੀਆਂ ਭਰਦੇ ਹਨ। ਸੋ ਇਸ ਪ੍ਰਕਾਰ ਉਸ ਸਰੇਵੜੇ ਨੇ ਬੜੇ ਜੰਤਰ ਮੰਤਰ ਅਲਾਏ, ਪਰ ਉਹਦਾ ਕੋਈ ਜੰਤਰ ਮੰਤਰ ਨਹੀਂ ਚੱਲਿਆ। ਸਾਧ ਸੰਗਤ ਜੀ, ਇਸ ਲਈ ਜੋ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਆ, ਗੁਰੂ ਕਾ ਸਿੱਖ ਇਸ ਮੂਲ ਮੰਤਰ ਦਾ ਜਾਪ ਕਰੇ। ਕਿਉਂਕਿ ਸਾਡਾ ਤੇ ਧਰਮ ਹੀ ਹੈ ਨਾ, ਫਰਜ਼ ਹੀ ਬਣਦਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਲਈ ਤੇ ਲਾਜ਼ਮੀ ਹੈ 2.5 ਘੰਟੇ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰਨਾ, ਕਿਉਂਕਿ ਦਸਵੰਧ ਹੀ ਬਣਦਾ ਸਾਧ ਸੰਗਤ ਜੀ। ਸੋ ਇਸ ਪ੍ਰਕਾਰ ਇਸ ਤੋਂ ਵੱਡਾ ਕੋਈ ਮੰਤਰ ਨਹੀਂ। ਸੋ ਉਸ ਨੇ ਬਹੁਤ ਯਤਨ ਕੀਤੇ, ਜੰਤਰ ਮੰਤਰ ਚਲਾਏ, ਪਰ ਕੋਈ ਉਹਦੀ ਸਾਧ ਸੰਗਤ ਜੀ ਪੇਸ਼ ਨਹੀਂ ਗਈ ਹੈ। ਇਸ ਪ੍ਰਕਾਰ ਤੇ ਚਿੰਤਾ ਹੋਈ। ਕਹਿਣ ਲੱਗੇ, ਮਹਾਰਾਜ ਇਸ ਕਰਕੇ ਸਾਡੇ ਮਨ ਦੇ ਵਿੱਚ ਬੜੀ ਚਿੰਤਾ ਹੋਈ ਹੈ। ਰੇਖ ਕੋ ਹੋਏ ਉਪਾਏ ਨਾ ਕੋਈ। ਸੱਚੇ ਪਾਤਸ਼ਾਹ, ਖੇਤੀ ਦਾ ਹੁਣ ਕੋਈ ਉਪਾਅ ਨਹੀਂ ਹੋ ਰਿਹਾ। ਖੇਤੀ ਨੂੰ ਬਚਾਉਣ ਦੇ ਲਈ ਕੋਈ ਸਾਡਾ ਯਤਨ ਨਹੀਂ ਚੱਲ ਰਿਹਾ। ਸ੍ਰੀ ਗੁਰ ਕਹੇ ਸਿਮਰੋ ਸਤਨਾਮੁ। ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਰੇ ਉਹ ਸਤਨਾਮ ਵਾਹਿਗੁਰੂ ਦੇ ਜਾਪ ਨੂੰ ਕਰਨਾ ਕਰੋ।
ਜਪ ਮਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਹਜੂਰ ਕਹਿੰਦੇ ਐ ਮਨਾ ਉਹ ਸੱਚੇ ਨਾਮ ਨੂੰ ਜਪ। ਫੇਰ ਕਹਿੰਦੇ ਐ ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਪ। ਨਾਮ ਜਪੇਗਾ ਲੋਕ ਅਤੇ ਪਰਲੋਕ ਦੇ ਚ ਨਾਮ ਕਰਕੇ ਤੇਰਾ ਮੁਖ ਉਜਲ ਹੋ ਜਾਵੇਗਾ, ਲੋਕ ਵੀ ਤੇਰਾ ਸੁਖੀ ਪਰਲੋਕ ਵੀ ਸੁਹਿਲਾ ਹੋ ਜਾਵੇਗਾ। ਸੋ ਇਸ ਪ੍ਰਕਾਰ ਹਜੂਰ ਕਹਿਣ ਲੱਗੇ ਜੇ ਤੁਸੀਂ ਹੁਣ ਚਾਹੁੰਦੇ ਹੋ ਨਾ ਕਿ ਤੁਹਾਡੇ ਕਾਰਜ ਪੂਰੇ ਹੋ ਜਾਣ ਤੇ ਫਿਰ ਸਤਨਾਮ ਵਾਹਿਗੁਰੂ ਦੇ ਜਾਪ ਨੂੰ ਜਪਣਾ ਕਰੋ। ਦਹੋਂ ਲੋਕ ਮਹਿ ਆਵੈ ਕਾਮੂ, ਜਿਹੜਾ ਵਾਹਿਗੁਰੂ ਜੀ ਦਾ ਨਾਮ ਦੋਹਾਂ ਲੋਕਾਂ ਦੇ ਵਿੱਚ, ਇਸ ਸੰਸਾਰ ਦੇ ਵਿੱਚ ਵੀ ਅੱਗੇ ਪਰਲੋਕ ਦੇ ਵਿੱਚ ਵੀ ਕੰਮ ਆਵੇਗਾ। ਤਾਜ ਸਰੇਵਰੇ ਕੀ ਅਬ ਸੇਵਾ, ਹਜੂਰ ਕਹਿਣ ਲੱਗੇ ਉਸ ਰੇਵੜੇ ਦੀ ਹੁਣ ਸੇਵਾ ਛੱਡ ਦਿਓ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਤੁਮ ਕੋਏ ਜੀ। ਗੁਰਬਾਣੀ ਦੇ ਪਾਵਨ ਬਚਨ ਹਨ। ਹਜੂਰ ਕਹਿੰਦੇ ਜੇ ਸੇਵਾ ਕਰਨੀ ਹੈ ਨਾ ਤੇ ਕੇਵਲ ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰੀ। ਮਹਾਰਾਜ ਕਿਉਂ ਦੂਜੇ ਦੀ ਸੇਵਾ ਕਿਉਂ ਨਾ ਕਰੀਏ? ਹਜੂਰ ਕਹਿੰਦੇ ਹਰ ਕੀ ਸੇਵਾ ਤੇ ਮਨੋਂ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਕਹਿੰਦੇ ਜੇ ਤੇ ਵਾਹਿਗੁਰੂ ਦੇ ਦਰ ਦੀ, ਗੁਰੂ ਨਾਨਕ ਸਾਹਿਬ ਜੀਆਂ ਦੇ ਦਰ ਦੀ ਸੇਵਾ ਕਰੇਗਾ ਨਾ ਤੇ ਮਨ ਚਿੰਦੇ ਤੈਨੂੰ ਫਲ ਪ੍ਰਾਪਤ ਹੋਣਗੇ। ਆਪਾਂ ਸਹਿਸਕ੍ਰਿਤੀ ਦੇ ਸੱਚੇ ਪਾਤਸ਼ਾਹ ਜੀਆਂ ਦੇ ਬਚਨ ਪੜ੍ਹਦੇ ਆ ਨਾ, ਸੇਵਾ ਦੇ ਪ੍ਰਥਾਏ ਪਾਸ਼ੰ ਕ੍ਰੋਧ ਅਗਰ ਨੀਵ ਹੈ, ਨਿਰਾਸੰ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ। ਕਹਿੰਦੇ ਸੇਵਾ ਦੇ ਵਿੱਚੋਂ ਕੀ ਨਹੀਂ ਲੱਭਦਾ? ਜਿਹੜਾ ਕੋਈ ਗੁਰਮੁਖ ਸੇਵਾ ਕਰਦਾ ਹੈ ਨਾ, ਜੇ ਉਹ ਪਿੱਛੇ ਰਹਿਣ ਵਾਲਾ ਉਹਦੀ ਕੋਈ ਕਦਰ ਨਹੀਂ, ਉਹ ਸੇਵਾ ਕਰੇ ਪ੍ਰੇਮ ਦੇ ਨਾਲ, ਮਹਾਰਾਜ ਉਹਨੂੰ ਅਗਰ ਨੀਵ ਹੈ ਆਗੂ ਭਾਗੂ ਬਣਾ ਦਿੰਦੇ ਆ। ਜਿਹਦੀ ਕਿਤੋਂ ਵੀ ਆਸ ਨਹੀਂ ਪੂਰੀ ਹੋਈ, ਸਾਰੇ ਪਾਸਿਆਂ ਤੋਂ ਜਿਹੜਾ ਬੰਦਾ ਨਿਰਾਸ਼ ਹੋ ਗਿਆ, ਉਹ ਗੁਰੂ ਨਾਨਕ ਸਾਹਿਬ ਜੀਆਂ ਦੇ ਦਰ ਘਰ ਦੀ ਸੇਵਾ ਕਰੇ, ਨਿਰਾਸੰ ਆਸ ਪੂਰਨ ਹੈ, ਉਹਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਚਨ ਕਰਦੇ ਐ ਸਮਾਪਤੀ ਤੇ ਸ਼ਬਦ ਦੇ, ਕਹਿੰਦੇ ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਕਹਿੰਦੇ ਭਾਈ ਦੱਸੋ ਗੁਰੂ ਦੀ ਸੇਵਾ ਦੇ ਵਿੱਚੋਂ ਕੀ ਨਹੀਂ ਲੱਭਦਾ? ਸਾਰੇ ਪਦਾਰਥ ਸਤਿਗੁਰੂ ਜੀ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਆ। ਸੋ ਇਸ ਲਈ ਸੇਵਾ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਜੀਆਂ ਦੇ ਦਰ ਦੀ ਸੇਵਾ ਕਰੀਏ। ਜੇ ਐਵੇਂ ਸਾਧ ਸੰਗਤ ਜੀ ਪਖੰਡੀਆਂ ਦੇ ਦਰਾਂ ਦੇ ਉੱਤੇ ਜਾ ਕੇ ਝਾੜੂ ਫੇਰਦੇ ਰਹਿ ਗਏ ਨਾ, ਜੂਰ ਕਹਿੰਦੇ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ, ਤੁਹਾਡਾ ਜਨਮ ਨਿਸਫਲ ਹੀ ਚਲਾ ਜਾਵੇਗਾ। ਸੋ ਇਸ ਲਈ ਹਜੂਰ ਕਹਿੰਦੇ ਭਾਈ ਉਸ ਪਖੰਡੀ ਦੀ ਸੇਵਾ ਨੂੰ ਤੁਸੀਂ ਹੁਣ ਛੱਡ ਦਿਓ। ਜਤ ਹੋਏ ਕੰਕਾਰ ਅਭੇਵਾ, ਸੋ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਅਭੇਵਾ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ, ਉਸ ਵਾਹਿਗੁਰੂ ਤੋਂ ਤੁਸੀਂ ਜਾਚਨਾ ਕਰੋ, ਮੰਗਣਾ ਕਰੋ। ਚਾਹੁ ਹੋਰਿ ਦੇ ਜੋ ਪਾਵਹੁ ਸੋ, ਸੋ ਇਸ ਪ੍ਰਕਾਰ ਹਜੂਰ ਕਹਿਣ ਲੱਗੇ ਜੋ ਵੀ ਤੁਹਾਡੇ ਮਨ ਦੀ ਇੱਛਾ ਹੋਵੇਗੀ ਨਾ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਇਸ ਲਈ ਮਹਾਰਾਜ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲੇ ਹੈ। ਮਹਾਰਾਜ ਕਹਿੰਦੇ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਨਾ, ਤੁਸੀਂ ਇੱਕ ਵਾਹਿਗੁਰੂ ਜੀ ਤੋਂ ਮੰਗਣਾ ਕਰੋ। ਬਾਹਰ ਨਾ ਚਿੰਤਾ ਵਿਆਪੇ ਕੋ, ਫੇਰ ਜੇ ਇੱਕ ਵਾਹਿਗੁਰੂ ਦੇ ਨਾਲ ਜੁੜ ਜਾਓਗੇ ਨਾ, ਫੇਰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ। ਜਿਹੜਾ ਸਿੱਖ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਲੈਂਦਾ ਹੈ ਨਾ, ਫਿਰ ਉਹਦੀ ਚਿੰਤਾ ਸਤਿਗੁਰਾਂ ਨੂੰ ਹੁੰਦੀ ਹੈ, ਫਿਰ ਉਹ ਸਿੱਖ ਨੂੰ ਮਹਾਰਾਜ ਕੋਈ ਚਿੰਤਾ ਨਹੀਂ ਰਹਿਣ ਦਿੰਦੇ। ਇਸ ਲਈ ਕਹਿੰਦੇ ਇੱਕ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ, ਉਸ ਵਾਹਿਗੁਰੂ ਦੇ ਨਾਮ ਨੂੰ ਜਪੋ, ਕੋਈ ਚਿੰਤਾ ਨਹੀਂ ਰਹੇਗੀ। ਤਰਹੁ ਉਡੋਲੰ ਸਰਦਾ ਜੀ ਕੀ, ਭਾਈ ਆਪਦੇ ਹਿਰਦੇ ਦੇ ਵਿੱਚ ਅਡੋਲ ਸ਼ਰਧਾ ਰੱਖੋ। ਸਾਧ ਸੰਗਤ ਜੀ ਸਾਡੇ ਮਨ 'ਚ ਸ਼ਰਧਾ ਤੇ ਹੁੰਦੀ ਹੈ, ਪਰ ਅਸੀਂ ਕਈ ਵਾਰੀ ਨਾ ਡੋਲ ਜਾਂਦੇ ਹਾਂ। ਬਹੁਤਾਤ ਦੇ ਵਿੱਚ ਹੁੰਦਾ, ਕਈ ਵਾਰੀ ਕਿਤੇ ਕਾਰਜ ਸਾਡਾ ਕਿਤੇ ਨਾ ਸਵਰੇ ਤੇ ਮਨ ਦੇ ਵਿੱਚ ਆਉਣ ਲੱਗ ਜਾਂਦਾ, ਪਤਾ ਨਹੀਂ ਕਿਉਂ ਨਹੀਂ ਸਾਡਾ ਕੰਮ ਬਣਿਆ। ਬਹੁਤ ਛੇਤੀ ਅਸੀਂ ਡੋਲ ਜਾਂਦੇ ਹਾਂ। ਪਰ ਗੁਰੂ ਕਾ ਸਿੱਖ ਅਡੋਲ ਚਿੱਤ ਹੋ ਕੇ ਸਤਿਗੁਰਾਂ ਦੇ ਉੱਤੇ ਸ਼ਰਧਾ ਰੱਖੇ, ਤੇ ਜਿਹੜਾ ਫਿਰ ਅਡੋਲ ਰਹਿੰਦਾ ਹੈ ਨਾ, ਉਹਦੀ ਫਿਰ ਮਨੋਕਾਮਨਾ ਜ਼ਰੂਰ ਬਰ ਜ਼ਰੂਰ ਸੱਚੇ ਪਾਤਸ਼ਾਹ ਜੀ ਪੂਰੀ ਕਰਦੇ ਆ। ਹੁਣ ਵੇਖੋ, ਅਸੀਂ ਕਈ ਵਾਰੀ ਜਦੋਂ ਅਰਦਾਸ ਬੇਨਤੀ ਕਰਦੇ ਆ ਨਾ, ਕਾਹਲੇ ਪੈ ਜਾਂਦੇ ਆ ਕਿ ਮੈਂ ਅਰਦਾਸ ਕੀਤੀ ਸੀ, ਮੇਰਾ ਕੰਮ ਨਹੀਂ ਸਵਰਿਆ,
ਆਪਾਂ ਸਾਧ ਸੰਗਤ ਜੀ ਧਰਤੀ ਦੇ ਵਿੱਚ ਹੁਣ ਅੱਗੇ ਕਣਕ ਦਾ ਸਮਾਂ ਆ ਰਿਹਾ, ਬੀਜ ਬੀਜਦੇ ਹਾਂ ਤੇ ਸਾਨੂੰ 6 ਮਹੀਨੇ ਉਸ ਬੀਜ ਦੇ ਲਈ ਰੁਕਣਾ ਪੈਂਦਾ ਹੈ ਨਾ। 6 ਮਹੀਨੇ ਬਾਅਦ ਸਾਨੂੰ ਫਲ ਪ੍ਰਾਪਤ ਹੁੰਦਾ। ਸੋ ਇਸ ਲਈ ਫਲ ਪ੍ਰਾਪਤ ਜ਼ਰੂਰ ਹੁੰਦਾ। ਗੁਰੂ ਕਾ ਸਿੱਖ ਸਤਿਗੁਰਾਂ ਦੇ ਉੱਤੇ ਭਰੋਸਾ ਰੱਖੇ, ਅਡੋਲ ਨਿਸ਼ਚਾ ਰੱਖੇ, ਕਿਉਂਕਿ ਇਹ ਐਸਾ ਦਰ ਹੈ ਇੱਕ ਤਿਲ ਨਹੀਂ ਭੰਨੈ ਕਾਲੇ। ਇੱਥੇ ਤੇ ਤੁਸੀਂ ਜੇ ਇੱਕ ਵਾਰੀ ਵੀ ਵਾਹਿਗੁਰੂ ਦਾ ਨਾਮ ਲੈ ਲਿਆ ਨਾ, ਉਹਦਾ ਵੀ ਤੁਹਾਨੂੰ ਫਲ ਪ੍ਰਾਪਤ ਹੋਵੇਗਾ। ਸੋ ਇਸ ਲਈ ਕਦੇ ਡੋਲਣਾ ਨਹੀਂ ਚਾਹੀਦਾ। ਜਿਵੇਂ ਜ਼ਿਮੀਂਦਾਰ ਸਾਧ ਸੰਗਤ ਜੀ ਫਿਰ ਇੱਕ ਖੇਤੀ ਨੂੰ ਬੀਜ ਕੇ 6 ਮਹੀਨੇ ਫਿਰ ਉਡੀਕ ਕਰਦਾ ਹੈ ਨਾ, ਮਨ ਦੇ ਵਿੱਚ ਸੰਤੋਖ ਰੱਖਦਾ ਹੈ। ਨਾਮ ਬੀਜ ਸੰਤੋਖ ਸੁਹਾਗਾ। ਹਜੂਰ ਨੇ ਆਖਿਆ ਹੈ ਨਾ ਕਿ ਹਿਰਦੇ ਰੂਪੀ ਧਰਤੀ ਦੇ ਵਿੱਚ ਨਾਮ ਦਾ ਬੀਜ ਪਾ ਤੇ ਉਤੋਂ ਫਿਰ ਸੰਤੋਖ ਦਾ ਸੁਹਾਗਾ ਫੇਰ ਦੇ। ਸੋ ਇਸ ਲਈ ਜੇ ਸੰਤੋਖ ਰੱਖਾਂਗੇ ਸਾਰੇ ਫਲ ਪ੍ਰਾਪਤ ਹੋ ਜਾਣਗੇ। ਅਡੋਲ ਨਿਸ਼ਚਾ ਮਨ ਦੇ ਵਿੱਚ ਮਹਾਰਾਜ ਕਹਿੰਦੇ ਰੱਖੋ ਨਾ ਕਰੋ। ਕਰੋ ਤਿਹਾਵਲ ਅਬ ਬਿਦਨੀ ਕੀ। ਫੇਰ ਹਜੂਰ ਕਹਿਣ ਲੱਗੇ ਹੁਣ ਭਾਈ ਜੋ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਹੈ ਉਹਨੂੰ ਚੰਗੀ ਤਰ੍ਹਾਂ ਸਜਾਉਣਾ ਕਰੋ। ਜਬ ਅਰਦਾਸ ਕਰੋਗੇ ਤਾਂ ਕੀ। ਸੋ ਇਸ ਪ੍ਰਕਾਰ ਜਦੋਂ ਇਸ ਕਾਰਜ ਦੇ ਵਾਸਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰੋਗੇ। ਬਰਖੈ ਬਰਖਾ ਮਿਤ ਨਹਿ ਜਾ ਕੀ। ਹਜੂਰ ਕਹਿੰਦੇ ਇੰਨੀ ਵਰਖਾ ਪਵੇਗੀ, ਇੰਨਾ ਮੀਂਹ ਪਵੇਗਾ ਜਿਹਦੀ ਕੋਈ ਮਿਤ ਨਹੀਂ, ਜਿਹੜਾ ਗਿਣਿਆ ਨਹੀਂ ਜਾ ਸਕਦਾ। ਗਿਣਤੀ ਮਿੰਤੀ ਤੋਂ ਪਰੇ ਉਸ ਸਮੇਂ ਮੀਂਹ ਪਵੇਗਾ। ਸਾਧ ਸੰਗਤ ਜੀ ਇਹ ਸਤਿਗੁਰਾਂ ਦੇ ਵਚਨ ਵੀ ਆਉਂਦੇ ਐ। ਕੋਈ ਵੀ ਕਾਰਜ ਗੁਰੂ ਕੇ ਸਿੱਖ ਦਾ ਵੱਡੇ ਤੋਂ ਵੱਡਾ ਅੜਿਆ ਹੋਵੇ ਨਾ, ਪ੍ਰੇਮ ਦੇ ਨਾਲ ਪੂਰਨ ਗੁਰ ਮਰਿਆਦਾ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੇ, ਮਰਿਆਦਾ ਦੇ ਅਨੁਸਾਰ ਤਿਆਰ ਕਰੇ। ਤਿਆਰ ਕਰਕੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਲਿਆ ਕੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰੇ। ਜਿੱਡੇ ਮਰਜ਼ੀ ਕੋਈ ਵੱਡੇ ਤੋਂ ਵੱਡਾ ਕਾਰਜ ਹੈ, ਇਸ ਤਰ੍ਹਾਂ ਜੇ ਕੋਈ ਪ੍ਰੇਮ ਸ਼ਰਧਾ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਬੇਨਤੀ ਕਰਦਾ, ਉਹਦੇ ਸਾਰੇ ਕਾਰਜ ਮਹਾਰਾਜ ਰਾਸ ਕਰ ਦਿੰਦੇ। ਸੋ ਇਹ ਪੁਰਾਤਨ ਗੁਰਮਰਿਆਦਾ ਚੱਲਦੀ ਆ ਰਹੀ ਹੈ। ਅੱਜ ਅਸੀਂ ਕਈ ਵਾਰ ਹੋਰ ਚੀਜ਼ਾਂ ਦਾ ਭੋਗ ਲਵਾਉਣਾ ਸ਼ੁਰੂ ਕਰ ਦਿੰਦੇ ਆ, ਪਰ ਗੁਰੂ ਕੇ ਘਰ ਦੇ ਸਾਧ ਸੰਗਤ ਜੀ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਹੈ। ਇਹ ਸਭ ਤੋਂ ਉੱਤਮ ਵਸਤੂ ਹੈ ਸਤਿਗੁਰਾਂ ਨੂੰ ਭੇਟਾ ਕਰਨ ਦੇ ਵਾਸਤੇ। ਸੋ ਇਸ ਲਈ ਹਜੂਰ ਕਹਿਣ ਲੱਗੇ ਜਦੋਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕਰੋਗੇ, ਇੰਨਾ ਮੀਂਹ ਪਵੇਗਾ ਕੋਈ ਗਿਣਤੀ ਮਿੰਤੀ ਨਹੀਂ ਰਹਿ ਜਾਵੇਗੀ। ਇਹ ਵਿਦ ਸੁਣ ਕੇ ਗੁਰੂ ਸਮੀਪਾ। ਇਸ ਤਰ੍ਹਾਂ ਸੁਣ ਕਰਕੇ ਉਹ ਸਾਰੇ ਜਿਹੜੇ ਨਗਰ ਦੇ ਲੋਕ ਸਨ, ਘਰ ਚੱਲ ਗਏ ਨਿਕਟ ਅਬ ਨੀਪਾ। ਉਸ ਨਗਰ ਦੇ ਰਾਜੇ ਦੇ ਕੋਲੇ ਚੱਲ ਕਰਕੇ ਉਹ ਗਏ ਹਨ। ਸਰਬ ਬਿਰਤਾਂਤ ਤਬ ਹੀ ਕਹਿ ਦੀਨਾ। ਸਾਰਾ ਬਿਰਤਾਂਤ ਜਾ ਕੇ ਉਸ ਸਮੇਂ ਰਾਜੇ ਨੂੰ ਕਹਿ ਦਿੱਤਾ ਹੈ। ਹਿਤ ਸੋ ਮਿਲੇ ਤਿਹਾਵਲ ਕੀਨਾ। ਪ੍ਰੇਮ ਦੇ ਨਾਲ ਮਿਲ ਕੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਕੀਤੀ ਹੈ। ਕੀ ਅਰਦਾਸ ਜਬੈ ਕਰ ਜੋਰੀ। ਜਦੋਂ ਹੱਥ ਜੋੜ ਕੇ ਪ੍ਰੇਮ ਦੇ ਨਾਲ ਅਰਦਾਸ ਬੇਨਤੀ ਸਿੱਖਾਂ ਨੇ ਕੀਤੀ, ਤਬ ਹੀ ਉਠੇ ਘਟਾ ਘਨ ਘੋਰੀ। ਉਸੇ ਸਮੇਂ ਸਾਧ ਸੰਗਤ ਜੀ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਉੱਠ ਪਈਆਂ ਹਨ। ਬਾਰ ਧਰਾ ਪਰ ਪਰਿਓ ਵਿਸਾਲਾ। ਬਹੁਤ ਜ਼ਿਆਦਾ ਧਰਤੀ ਦੇ ਉੱਤੇ ਉਸ ਸਮੇਂ ਮੀਂਹ ਪਿਆ ਹੈ ਉਹਨਾਂ ਸਿੱਖਾਂ ਦੀ ਸੰਗਤਾਂ ਦੀ ਅਰਦਾਸ ਦੇ ਨਾਲ। ਹਰਖ ਭਇਓ ਸਭ ਕੋ ਤੇਹ ਕਾਲਾ। ਸਾਰਿਆਂ ਨੂੰ ਬੜੀ ਉਸ ਸਮੇਂ ਖੁਸ਼ੀ ਹੋਈ ਹੈ। ਧੂਪ ਪ੍ਰਜਾਜਤ ਗੁਰੂ ਅਗਾਰੀ। ਜਦੋਂ ਇਸ ਤਰ੍ਹਾਂ ਸਾਧ ਸੰਗਤ ਜੀ ਕਾਰਜ ਰਾਸ ਹੋਏ, ਫਿਰ ਉਹ ਰਾਜਾ ਆਪਦੀ ਪ੍ਰਜਾ ਦੇ ਸਹਿਤ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਸਨਮੁਖ ਆਇਆ। ਆਏ ਨਮੋ ਕੀ ਬਿਨੈ ਉਚਾਰੀ। ਆ ਕੇ ਮੱਥਾ ਟੇਕ ਕੇ ਬੇਨਤੀ ਕੀਤੀ ਹੈ। ਤੁਮ ਆਨੰਦ ਕੇ ਕੰਦ ਮੁਕੰਦਾ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਆਨੰਦ ਦੇ ਅਤੇ ਮੁਕਤੀ ਦੇ ਦਾਤੇ ਹੋ। ਸਭ ਜਗ ਬੰਦ ਦੁਤੀਆ ਜਗ ਚੰਦਾ। ਜਿਵੇਂ ਦੂਜ ਦੇ ਚੰਦਰਮੇ ਨੂੰ ਲੋਕੀ ਪੂਜਦੇ ਐ ਨਾ, ਤੁਸੀਂ ਸਾਰੇ ਜਗਤ ਦੇ ਪੂਜਣੇ ਯੋਗ ਹੋ। ਨਿਜ ਉਪਦੇਸ਼ ਦੀਜੀਏ ਅਬ ਹੀ। ਹੁਣੇ ਆਪ ਕਿਰਪਾ ਕਰਕੇ ਆਪ ਦਾ ਉਪਦੇਸ਼, ਸਿੱਖੀ ਦਾ ਉਪਦੇਸ਼ ਸਾਨੂੰ ਦੇਣਾ ਕਰੋ। ਕਰਹੁ ਸਿੱਖ ਸੇਵਿ ਹਮ ਸਭ ਹੀ। ਆਪ ਦੇ ਸਿੱਖ ਬਣਾ ਲਓ, ਅਸੀਂ ਸਾਰੇ ਆਪ ਜੀਆਂ ਦੀ ਸੇਵਾ ਕਰਾਂਗੇ। ਕਲਾ ਵਿਸਾਲ ਬਿਲੋਕਿਤ ਬਿਲੋਕ ਤੁਮਾਰੀ। ਮਹਾਰਾਜ ਆਪ ਜੀਆਂ ਦੀ ਐਡੀ ਮਹਾਨ ਕਲਾ ਨੂੰ, ਕਰਾਮਾਤ ਨੂੰ ਵੇਖ ਕਰਕੇ ਸ਼ਰਨ ਗਹੀ ਅਬ ਕਰਹੁ ਸੰਭਾਰੀ। ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਅਸੀਂ ਗ੍ਰਹਿਣ ਕੀਤੀ ਹੈ, ਤੁਸੀਂ ਹੁਣ ਸੰਭਾਲਣਾ ਕਰੋ ਸਾਨੂੰ। ਸਾਧ ਸੰਗਤ ਜੀ ਅਸੀਂ ਵੀ ਕਿਤੇ ਇਹ ਨਿਮਰਤਾ ਧਾਰ ਕੇ ਬੇਨਤੀ ਕਰੀਏ ਨਾ, ਮਹਾਰਾਜ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ।
ਕਿ ਸੱਚੇ ਪਾਤਸ਼ਾਹ ਸਾਨੂੰ ਤੁਹਾਡਾ ਹੀ ਆਸਰਾ ਹੈ, ਤੁਹਾਡੇ ਦਰ ਤੇ ਹੀ ਅਸੀਂ ਆਏ ਆ, ਤੁਹਾਡੇ ਦਰ ਦੇ ਕੁੱਕਰ ਆ, ਤੁਹਾਡੇ ਦਰ ਤੇ ਹੀ ਰਹਾਂਗੇ। ਹਜੂਰ ਜ਼ਰੂਰ ਉਸ ਸਿੱਖ ਦੀ ਬਾਹ ਫੜਦੇ ਹੈ। ਸੋ ਸਾਧ ਸੰਗਤ ਦੀ ਸਮਾਪਤੀ ਹੈ। ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੋ, ਬਖਸ਼ ਲੈਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮੁੱਚੇ ਪ੍ਰਬੰਧ ਦਾ ਕੋਟਾਨ ਕੋਟ ਸ਼ੁਕਰ ਹੈ। ਆਪ ਸੰਗਤਾਂ ਦਾ ਧੰਨਵਾਦ ਹੈ। ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ। ਕਲਾ ਵਿਸਾਲ ਬਲੋਕ ਤੁਮਾਰੀ, ਸ਼ਰਨ ਗਹੀ ਆਪ ਗੁਰੂ ਕੋ ਸੰਭਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਾਇਆ ਧਾਰ, ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੇ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸੁਰੂ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੈ ਪਾਰ, ਜੋ ਸ਼ਰਧਾ ਕਰ ਸੇਵ ਦੇ, ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵ ਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।